ਜੈ ਬਾਬਾ ਜੀ ਦੀ। ਅੱਜ ਅਸੀਂ ਤੁਹਾਨੂੰ ਬਾਬਾ ਬਾਲਕ ਨਾਥ ਜੀ ਦੀ ਜਨਮ ਕਥਾ ਸੁਣਾਉਣ ਜਾ ਰਹੇ ਹਾਂ। ਜਨਮ ਕਥਾ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਬੇਨਤੀ ਹੈ, ਜੇਕਰ ਤੁਸੀਂ ਹਜੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਵੀਡੀਓ ਨੂੰ ਲਾਈਕ ਕਰਨਾ। ਖੋਜੀ ਵਿਦਵਾਨ ਅਤੇ ਕਈ ਭਗਤ ਬਾਬਾ ਜੀ ਦੇ 4 ਜਨਮਾਂ ਬਾਰੇ ਗੱਲਾਂ ਕਰਦੇ ਹਨ ਕਿ ਹਰ ਯੁੱਗ ਵਿੱਚ ਬਾਬਾ ਜੀ ਨੇ ਜਨਮ ਲਿਆ ਤੇ ਵੱਖ-ਵੱਖ ਨਾਮਾਂ ਨਾਲ ਮਸ਼ਹੂਰ ਹੋਏ ਅਤੇ ਬਾਬਾ ਜੀ ਆਪਣੇ ਤੀਜੇ ਜਨਮ ਵਿੱਚ ਬ੍ਰਹਮਚਾਰੀ ਕੌਲ ਜੋਗੀ ਦੇ ਨਾਂ ਨਾਲ ਪ੍ਰਸਿੱਧ ਹੋਏ, ਜੋ ਬਹੁਤ ਵੱਡੇ ਸ਼ਿਵ ਭਗਤ ਸਨ ਅਤੇ ਚੌਥੇ ਜਨਮ ਵਿੱਚ ਆਪ ਬਾਬਾ ਬਾਲਕ ਨਾਥ ਜੀ ਦੇ ਨਾਮ ਨਾਲ ਪ੍ਰਸਿੱਧ ਹੋਏ। ਤੀਜੇ ਜਨਮ ਵਿੱਚ ਆਪ ਜੀ ਬ੍ਰਹਮਚਾਰੀ ਕੌਲ ਜੋਗੀ ਦੇ ਨਾਂ ਨਾਲ ਪ੍ਰਸਿੱਧ ਹੋਏ। ਆਪ ਭਗਵਾਨ ਸ਼ਿਵ ਸ਼ੰਕਰ ਦੇ ਅਨੰਨ ਭਗਤ ਸਨ। ਆਪ ਹਰ ਵੇਲੇ ਭੋਲੇਨਾਥ ਦੀ ਭਗਤੀ ਵਿੱਚ ਲੀਨ ਰਹਿੰਦੇ ਸਨ। ਉੱਠਦੇ ਬਹਿੰਦੇ ਸੌਂਦੇ ਜਾਗਦੇ ਓਮ ਨਮੋ ਸ਼ਿਵਾਏ ਦੀ ਧੁਨ ਲਾਈ ਰੱਖਦੇ ਸਨ। ਆਪ ਦੇ ਮਨ ਵਿੱਚ ਹਰ ਵੇਲੇ ਭਗਵਾਨ ਸ਼ਿਵ ਦੇ ਦਰਸ਼ਨ ਦੀ ਚਾਹਤ ਰਹਿੰਦੀ ਸੀ। ਹੌਲੀ ਹੌਲੀ ਆਪ ਦੇ ਮਨ ਵਿੱਚ ਭੋਲੇਨਾਥ ਦੇ ਦਰਸ਼ਨ ਕਰਨ ਦੀ ਪ੍ਰਬਲ ਇੱਛਾ ਬਣ ਗਈ। ਕੈਲਾਸ਼ ਪਰਬਤ 'ਤੇ ਜਾ ਕੇ ਸ਼ਿਵ ਸ਼ੰਕਰ ਦੇ ਦਰਸ਼ਨ ਪਾਉਣੇ ਚਾਹੁੰਦੇ ਸਨ। ਬ੍ਰਹਮਚਾਰੀ ਜੀ ਨੇ ਸਾਧੂ ਸੰਤਾਂ ਪਾਸੋਂ ਕੈਲਾਸ਼ ਪਰਬਤ ਦੀ ਬਹੁਤ ਮਹਿਮਾ ਸੁਣੀ ਸੀ। ਪੁਰਾਤਨ ਮਾਨਤਾ ਅਨੁਸਾਰ ਬ੍ਰਹਮਚਾਰੀ ਕੌਲ ਜੋਗੀ ਸਾਉਣ ਦੇ ਮਹੀਨੇ ਪੁੰਨਿਆਂ ਨੂੰ ਕੈਲਾਸ਼ ਪਰਬਤ 'ਤੇ ਸ਼ਿਵ ਦੇ ਦਰਸ਼ਨ ਕਰਨ ਦੀ ਤਮੰਨਾ ਲੈ ਯਾਤਰਾ 'ਤੇ ਚੱਲ ਪਏ। ਲੰਮਾ ਰਾਸਤਾ ਤੇ ਜੰਗਲੀ ਰਾਸਤਾ ਤੈਅ ਕਰਦੇ ਮਾਨਸਰੋਵਰ ਝੀਲ ਦੇ ਕੰਢੇ 'ਤੇ ਪੁੱਜੇ। ਬ੍ਰਹਮਚਾਰੀ ਜੀ ਇਸ ਝੀਲ ਦੇ ਕੰਢੇ 'ਤੇ ਕਈ ਦਿਨ ਭੁੱਖੇ ਪਿਆਸੇ ਰਹੇ। ਉਹਨਾਂ ਦੇ ਦਿਲ ਵਿੱਚ ਭਗਵਾਨ ਸ਼ਿਵ ਦੇ ਦਰਸ਼ਨ ਦੀ ਬੜੀ ਲਾਲਸਾ ਸੀ। ਭੋਲੇਨਾਥ ਤੋਂ ਆਪਣੇ ਭਗਤ ਦਾ ਇਹ ਦੁੱਖ ਜਰਿਆ ਨਾ ਗਿਆ। ਇਸ ਲਾਲਸਾ ਨੂੰ ਪੂਰਾ ਕਰਨ ਲਈ ਭਗਵਾਨ ਸ਼ੰਕਰ ਜੀ ਦੀ ਕਿਰਪਾ ਹੋਈ। ਇੱਕਦਮ ਉੱਥੇ ਬ੍ਰਹਮਚਾਰੀ ਨੂੰ ਮਾਈ ਧਰਮੋ ਨਾਂ ਦੀ ਇੱਕ ਬਜ਼ੁਰਗ ਔਰਤ ਦਿਸੀ। ਇਹ ਮਾਈ ਗੱਦੀ ਜਾਤ ਨਾਲ ਸੰਬੰਧਿਤ ਇਸਤਰੀ ਸੀ। ਇਸ ਮਾਈ ਨੂੰ ਦੇਖ ਕੇ ਬ੍ਰਹਮਚਾਰੀ ਬਹੁਤ ਖੁਸ਼ ਹੋਏ ਅਤੇ ਉਹਨਾਂ ਮਾਈ ਦੇ ਚਰਨਾਂ ਵਿੱਚ ਪ੍ਰਣਾਮ ਕੀਤਾ। ਮਾਈ ਧਰਮੋ ਨੇ ਪੁੱਛਿਆ, ਬੱਚਾ ਤੂੰ ਕੌਣ ਹੈ ਅਤੇ ਇੰਨਾ ਉਦਾਸ ਕਿਉਂ ਹੈ? ਇੱਥੇ ਇੰਨੀ ਠੰਡ ਵਿੱਚ ਕਿੱਦਾਂ ਤੇ ਕਿਉਂ ਆਇਆ ਹੈ? ਸੱਚੋ ਸੱਚ ਦੱਸੋ ਬੱਚਾ, ਤੇਰਾ ਇੱਥੇ ਆਉਣ ਦਾ ਕਾਰਨ ਕੀ ਹੈ? ਬ੍ਰਹਮਚਾਰੀ ਦੀਆਂ ਅੱਖਾਂ ਵਿੱਚ ਅੱਥਰੂ ਆ ਗਏ ਅਤੇ ਕਿਹਾ, ਮਾਂ ਮੈਂ ਇਸ ਮਾਇਆ ਰੂਪੀ ਸੰਸਾਰ ਦਾ ਤਿਆਗ ਕਰ ਚੁੱਕਾ ਹਾਂ ਅਤੇ ਆਪਣਾ ਘਰ-ਬਾਰ ਛੱਡ ਕੇ ਸ਼ਿਵ ਭੋਲੇ ਦੇ ਦਰਸ਼ਨ ਦੀ ਤਮੰਨਾ ਲੈ ਇੱਥੇ ਆਇਆ ਹਾਂ, ਪਰ ਚਾਰੇ ਪਾਸੇ ਬਰਫ਼ ਹੀ ਬਰਫ਼। ਸੁੰਨਸਾਨ ਦੇਖ ਕੇ ਮੈਂ ਘਬਰਾ ਗਿਆ ਹਾਂ ਅਤੇ ਉਦਾਸ ਹੋ ਗਿਆ ਹਾਂ, ਕਿਉਂਕਿ ਮੈਨੂੰ ਕੈਲਾਸ਼ ਪਰਬਤ ਦੀ ਚੋਟੀ 'ਤੇ ਪੁੱਜਣ ਦਾ ਕੋਈ ਰਾਸਤਾ ਨਜ਼ਰ ਨਹੀਂ ਆ ਰਿਹਾ। ਮੈਂ ਸ਼ਿਵ ਭਗਵਾਨ ਦੇ ਦਰਸ਼ਨ ਜ਼ਰੂਰ ਕਰਨੇ ਹਨ। ਮੈਂ ਬਿਨਾਂ ਦਰਸ਼ਨ ਕੀਤੇ ਵਾਪਸ ਨਹੀਂ ਜਾਣਾ, ਚਾਹੇ ਮੇਰੇ ਪ੍ਰਾਣ ਹੀ ਕਿਉਂ ਨਾ ਚਲੇ ਜਾਣ। ਬ੍ਰਹਮਚਾਰੀ ਜੀ ਦੀ ਇਹ ਹਾਲਤ ਦੇਖ ਕੇ ਮਾਈ ਧਰਮੋ ਨੂੰ ਬਹੁਤ ਤਰਸ ਆਇਆ। ਉਹਨਾਂ ਨੇ ਕਿਹਾ, ਬੇਟਾ ਸ਼ਾਮ ਦਾ ਵੇਲਾ ਹੋ ਗਿਆ ਹੈ ਅਤੇ ਇੱਥੇ ਜਲਦ ਹੀ ਰਾਤ ਹੋ ਜਾਵੇਗੀ। ਹੁਣ ਤੁਸੀਂ ਮੇਰੇ ਨਾਲ ਮੇਰੇ ਘਰ ਚੱਲੋ, ਜੋ ਕਿ ਥੋੜ੍ਹੀ ਦੂਰੀ 'ਤੇ ਹੈ। ਉੱਥੇ ਚੱਲ ਕੇ ਆਰਾਮ ਕਰੋ ਅਤੇ ਜਲ ਪਾਨ ਛਕੋ। ਫਿਰ ਮੈਂ ਆਪ ਨੂੰ ਭਗਵਾਨ ਸ਼ੰਕਰ ਦੇ ਕੋਲ ਪੁੱਜਣ ਦਾ ਤਰੀਕਾ ਦੱਸਾਂਗੀ। ਬ੍ਰਹਮਚਾਰੀ ਜੀ 7 ਵਚਨ ਕਹਿ ਕੇ ਮਾਈ ਧਰਮੋ ਦੇ ਪਿੱਛੇ ਚੱਲ ਪਏ, ਪਰ ਘਰ ਪਹੁੰਚ ਕੇ ਮਾਈ ਜੀ ਨੇ ਬ੍ਰਹਮਚਾਰੀ ਦੀ ਸੇਵਾ ਕੀਤੀ। ਇਸ ਤਰ੍ਹਾਂ ਉਹ ਰਾਤ ਕੱਟ ਕੇ ਜਾਣ ਲਈ ਤਿਆਰ ਹੋਏ ਤੇ ਮਾਈ ਧਰਮੋ ਨੇ ਬ੍ਰਹਮਚਾਰੀ ਨੂੰ ਕਿਹਾ ਕਿ ਭਗਵਾਨ ਸ਼ਿਵ ਦੇ ਦਰਸ਼ਨ ਪਾਉਣ ਦਾ ਇੱਕੋ ਇੱਕ ਤਰੀਕਾ ਹੈ। ਬੇਟਾ ਮਾਤਾ ਪਾਰਵਤੀ ਕਦੇ-ਕਦੇ ਮਾਨਸਰੋਵਰ ਝੀਲ 'ਤੇ ਇਸ਼ਨਾਨ ਕਰਨ ਆਉਂਦੀ ਹੈ। ਉਹ ਹੀ ਆਪ ਨੂੰ ਸ਼ਿਵ ਭੋਲੇ ਦੇ ਦਰਸ਼ਨ ਕਰਵਾ ਸਕਦੀ ਹੈ। ਇਸ ਤੋਂ ਬਿਨਾਂ ਹੋਰ ਕੋਈ ਹੱਲ ਨਹੀਂ ਹੈ। ਇਹ ਸੁਣ ਕੇ ਜੋਗੀ ਮਾਈ ਧਰਮੋ ਦੇ ਘਰ 12 ਘੜੀਆਂ ਕੱਟ ਕੇ
ਮਾਈ ਧਰਮੋਂ ਦਾ ਧੰਨਵਾਦ ਕਰ ਮਾਨ ਸਰੋਵਰ ਝੀਲ ਵੱਲ ਚੱਲ ਪਏ। ਮਾਨ ਸਰੋਵਰ ਝੀਲ ਦੇ ਕੰਢੇ 'ਤੇ ਪੁੱਜ ਕੇ ਬ੍ਰਹਮਚਾਰੀ ਜੀ ਸਮਾਧੀ ਲਗਾ ਕੇ ਸ਼ਿਵ ਭੋਲੇ ਦੀ ਭਗਤੀ ਵਿੱਚ ਲੀਨ ਹੋ ਗਏ। ਬ੍ਰਹਮਚਾਰੀ ਜੀ ਨੇ ਉੱਠਣਾ ਬੈਠਣਾ ਖਾਣਾ ਪੀਣਾ ਸਭ ਤਿਆਗ ਦਿੱਤਾ। ਬਸ ਭਗਵਾਨ ਸ਼ਿਵ ਦੀ ਭਗਤੀ ਵਿੱਚ ਹੀ ਲੀਨ ਰਹਿੰਦੇ ਸਨ। ਨਿਰੰਤਰ ਸ਼ਿਵ ਭੋਲੇ ਦਾ ਹੀ ਜਾਪ ਕਰ ਰਹੇ ਸਨ। ਉੱਧਰ ਬ੍ਰਹਮਚਾਰੀ ਜੀ ਦੇ ਜਾਪ ਦੀ ਧੁਨੀ ਕੈਲਾਸ਼ ਪਰਬਤ ਤੱਕ ਪਹੁੰਚ ਗਈ। ਆਪਣੇ ਭਗਤ ਦੀ ਅਪਾਰ ਭਗਤੀ ਕਾਰਨ ਸ਼ਿਵ ਭੋਲੇ ਦਾ ਆਸਣ ਡੋਲਣ ਲੱਗਾ ਅਤੇ ਭੋਲੇਨਾਥ ਦੇ ਦਿਲ ਵਿੱਚ ਵੀ ਆਪਣੇ ਭਗਤ ਨੂੰ ਦਰਸ਼ਨ ਦੇਣ ਦੀ ਇੱਛਾ ਹੋਈ। ਇਸ ਲਈ ਉਹਨਾਂ ਨੇ ਇੱਕ ਤਰਕੀਬ ਸੁੱਝੀ। ਮਾਤਾ ਪਾਰਵਤੀ ਜੀ ਨੂੰ ਆਪਣੇ ਕੋਲ ਬੁਲਾਇਆ ਅਤੇ ਭੋਲੇਨਾਥ ਜੀ ਕਹਿਣ ਲੱਗੇ, ਇਸ ਵਾਰ ਸੋਮਵਤੀ ਮੱਸਿਆ ਦੁਆਪਰ ਯੁੱਗ ਵਿੱਚ ਆਖਰੀ ਵਾਰ ਆ ਰਹੀ ਹੈ। ਇਸ ਇਸ਼ਨਾਨ ਦਾ ਬਹੁਤ ਲਾਭ ਹੈ ਤੇ ਕਿਸਮਤ ਨੂੰ ਜਗਾਉਣ ਵਾਲਾ ਹੈ। ਇਹ ਵੇਲਾ ਮੁੜ ਕਦੇ ਨਹੀਂ ਆਉਣਾ। ਭੋਲੇਨਾਥ ਜੀ ਨੇ ਇਹ ਬਹਾਨਾ ਬਣਾ ਕੇ ਮਾਤਾ ਪਾਰਵਤੀ ਜੀ ਨੂੰ ਇਸ਼ਨਾਨ ਕਰਨ ਵਾਸਤੇ ਜਾਣ ਲਈ ਤਿਆਰ ਕੀਤਾ। ਮਾਤਾ ਪਾਰਵਤੀ ਜੀ ਸ਼ਿਵ ਦੀ ਆਗਿਆ ਲੈ ਇਸ਼ਨਾਨ ਕਰਨ ਲਈ ਚੱਲ ਪਏ। ਮਾਤਾ ਪਾਰਵਤੀ ਜੀ ਝੀਲ 'ਤੇ ਪਹੁੰਚ ਕੇ ਦੇਖਦੇ ਹਨ ਕਿ ਕੋਈ ਬ੍ਰਹਮਚਾਰੀ ਸੁੰਨਸਾਨ ਤੇ ਬਰਫੀਲੀ ਜਗ੍ਹਾ 'ਤੇ ਭਗਵਾਨ ਸ਼ਿਵ ਦੀ ਮਾਲਾ ਜਪ ਰਿਹਾ ਹੈ। ਹੌਲੀ ਜਿਹੇ ਉਸ ਕੋਲੋਂ ਅਗਾਂਹ ਨਿਕਲ ਗਏ। ਇਸ਼ਨਾਨ ਕਰਕੇ ਜਦੋਂ ਵਾਪਸ ਜਾਣ ਲੱਗੇ ਤਾਂ ਬ੍ਰਹਮਚਾਰੀ ਦੀ ਅੱਖ ਖੁੱਲ੍ਹ ਗਈ। ਉਹਨਾਂ ਨੇ ਇੱਕ ਇਸਤਰੀ ਨੂੰ ਇਸ਼ਨਾਨ ਕਰਕੇ ਜਾਂਦੇ ਵੇਖਿਆ ਤਾਂ ਸਮਝ ਗਏ ਕਿ ਇਹ ਮਾਤਾ ਪਾਰਵਤੀ ਜੀ ਹੀ ਹਨ। ਉਹ ਝੱਟ ਸਭ ਕੁਝ ਛੱਡ ਮਾਤਾ ਪਾਰਵਤੀ ਜੀ ਦੇ ਚਰਨਾਂ ਵਿੱਚ ਡਿੱਗ ਪਏ। ਮਾਤਾ ਪਾਰਵਤੀ ਜੀ ਨੇ ਕਿਹਾ, ਬੇਟਾ ਉੱਠ, ਦੱਸ ਤੈਨੂੰ ਕੀ ਦੁੱਖ ਹੈ? ਤੂੰ ਕੌਣ ਹੈ? ਇੱਥੇ ਕਿਸ ਤਰ੍ਹਾਂ ਪੁੱਜਾ? ਬ੍ਰਹਮਚਾਰੀ ਜੀ ਨੇ ਕਿਹਾ, ਮਾਤਾ ਮੈਂ ਸ਼ਿਵ ਦਾ ਨਿਮਾਣਾ ਜਿਹਾ ਭਗਤ ਹਾਂ ਅਤੇ ਸੰਸਾਰ ਦੇ ਸਾਰੇ ਮੋਹ ਛੱਡ ਆਇਆ ਹਾਂ। ਮੇਰੇ ਮਨ ਵਿੱਚ ਭਗਵਾਨ ਸ਼ਿਵ ਦੇ ਦਰਸ਼ਨ ਦੀ ਬਹੁਤ ਇੱਛਾ ਹੈ, ਪਰ ਮਾਤਾ ਜੀ ਮੈਨੂੰ ਕੇਵਲ ਆਪ ਹੀ ਦਰਸ਼ਨ ਕਰਵਾ ਸਕਦੇ ਹੋ। ਆਪ ਮੈਨੂੰ ਭਗਵਾਨ ਸ਼ਿਵ ਦੇ ਦਰਸ਼ਨ ਕਰਵਾਓ, ਨਹੀਂ ਤਾਂ ਮੈਂ ਆਪਣੀ ਜਾਨ ਆਪ ਜੀ ਦੇ ਚਰਨਾਂ ਵਿੱਚ ਹੀ ਦੇ ਦੇਵਾਂਗਾ। ਮਾਤਾ ਪਾਰਵਤੀ ਜੀ ਸਮਝ ਗਏ ਕਿ ਇਹ ਭਗਵਾਨ ਸ਼ਿਵ ਦਾ ਪੱਕਾ ਭਗਤ ਹੈ ਅਤੇ ਦਰਸ਼ਨ ਕਰਕੇ ਹੀ ਰਹੇਗਾ। ਮਾਤਾ ਜੀ ਨੇ ਕਿਹਾ, ਮੈਂ ਤੇਰੀ ਲਾਲਸਾ ਪੂਰੀ ਕਰਨ ਵਿੱਚ ਜ਼ਰੂਰ ਮਦਦ ਕਰਾਂਗੀ। ਮੇਰੇ ਪੈਰ ਛੱਡੋ ਤੇ ਭਗਵਾਨ ਭੋਲੇਨਾਥ ਦਾ ਧਿਆਨ ਧਰੋ। ਬ੍ਰਹਮਚਾਰੀ ਜੀ ਖੁਸ਼ ਹੋਏ। ਇੱਧਰ ਮਾਤਾ ਪਾਰਵਤੀ ਜੀ ਨੇ ਬ੍ਰਹਮਚਾਰੀ ਨੂੰ ਆਪਣੀ ਸ਼ਕਤੀ ਨਾਲ 12 ਸਾਲ ਦਾ ਬਾਲਕ ਬਣਾ ਦਿੱਤਾ ਅਤੇ ਕਿਹਾ ਕਿ ਬਾਲਕ ਤੁਸੀਂ ਮੇਰੇ ਸੱਜੇ ਪਾਸੇ ਆਓ। ਆਪਣੀਆਂ ਅੱਖਾਂ ਬੰਦ ਕਰਕੇ ਸ਼ਿਵ ਭਗਵਾਨ ਦਾ ਨਾਮ ਜਪੋ। ਮੇਰੇ ਕਹਿਣ 'ਤੇ ਹੀ ਆਪਣੀਆਂ ਅੱਖਾਂ ਖੋਲ੍ਹਣੀਆਂ। ਇਸ ਤਰ੍ਹਾਂ ਮਾਤਾ ਜੀ ਬਾਲਕ ਨੂੰ ਲੈ ਕੈਲਾਸ਼ ਪਰਬਤ ਪਹੁੰਚ ਗਏ ਅਤੇ ਮਾਤਾ ਪਾਰਵਤੀ ਜੀ ਦੇ ਵਰ ਨਾਲ ਆਪ ਦਾ ਨਾਂ ਬਾਲਕ ਪੈ ਗਿਆ ਅਤੇ ਹਮੇਸ਼ਾ 12 ਸਾਲ ਦੀ ਉਮਰ ਰਹਿਣ ਲੱਗੀ। ਇਸ ਨੂੰ ਮਾਤਾ ਜੀ ਦਾ ਆਸ਼ੀਰਵਾਦ ਸਮਝਣਾ ਚਾਹੀਦਾ ਹੈ। ਕੈਲਾਸ਼ ਪਰਬਤ ਆਸ਼ੀਰਵਾਦ ਸਮਝਣਾ ਚਾਹੀਦਾ ਹੈ। ਕੈਲਾਸ਼ ਪਰਬਤ 'ਤੇ ਪੁੱਜ ਕੇ ਮਾਤਾ ਜੀ ਨੇ ਬਾਲਕ ਨੂੰ ਅੱਖਾਂ ਖੋਲ੍ਹਣ ਲਈ ਕਿਹਾ। ਜਦੋਂ ਬਾਲਕ ਨੇ ਅੱਖਾਂ ਖੋਲ੍ਹੀਆਂ ਤਾਂ ਉਸ ਨੂੰ ਲੱਗਾ ਜਿੱਦਾਂ ਉਹ ਸਵਰਗ ਲੋਕ ਪੁੱਜ ਗਿਆ ਹੋਵੇ। ਹਰ ਪਾਸੇ ਸ਼ਾਂਤੀ ਤੇ ਸੁੱਖ ਚੈਨ ਸੀ। ਇਹ ਇੱਕ ਅਲੌਕਿਕ ਨਜ਼ਾਰਾ ਸੀ। ਮਾਤਾ ਪਾਰਵਤੀ ਜੀ ਬਾਲਕ ਨੂੰ ਉੱਥੇ ਬਿਠਾ ਕੇ ਸ਼ਿਵ ਚਰਨਾਂ ਵਿੱਚ ਪੁੱਜ ਗਏ ਤਾਂ ਜੋ ਬਾਲਕ ਨੂੰ ਭਗਵਾਨ ਸ਼ਿਵ ਦੇ ਦਰਸ਼ਨ ਕਰਵਾ ਸਕੇ। ਪਾਰਵਤੀ ਜੀ ਕੈਲਾਸ਼ਪਤੀ ਸ਼ਿਵ ਦੇ ਕੋਲ ਜਾ ਕੇ ਬੇਨਤੀ ਕਰਨ ਲੱਗੀ। ਭਗਵਾਨ ਸ਼ੰਕਰ ਧਿਆਨ ਵਿੱਚ ਲੀਨ ਸਨ। ਮਾਤਾ ਪਾਰਵਤੀ ਜੀ ਭੋਲੇਨਾਥ ਦੇ ਚਰਨਾਂ ਕੋਲ ਬੈਠ ਚਰਨ ਦਬਾਉਣ ਲੱਗੇ। ਕੁਝ ਸਮੇਂ ਬਾਅਦ ਭੋਲੇਨਾਥ ਦਾ ਧਿਆਨ ਖੁੱਲ੍ਹਿਆ। ਖੁਸ਼ ਹੋ ਕੇ ਭਗਵਾਨ ਭੋਲੇਨਾਥ ਜੀ ਨੇ ਕਿਹਾ, ਦੱਸੋ ਤੁਹਾਡੀ ਕੀ ਇੱਛਾ ਹੈ? ਮੈਂ ਤੁਹਾਡੀ ਸੇਵਾ ਤੋਂ ਪ੍ਰਸੰਨ ਹਾਂ। ਭੋਲੇਨਾਥ ਦੇ ਇਹ ਵਚਨ ਸੁਣ ਮਾਤਾ ਪਾਰਵਤੀ ਜੀ ਕਹਿਣ ਲੱਗੇ, ਸੁਆਮੀ ਜੀ ਤੁਸੀਂ ਪਹਿਲਾਂ ਵੀ ਮੈਨੂੰ ਬਚਨ ਦਿਓ
ਕਿ ਮੇਰਾ ਕਹਿਣਾ ਨਹੀਂ ਟਾਲੋਗੇ। ਭਗਵਾਨ ਸ਼ਿਵ ਜੀ ਨੇ ਕਿਹਾ ਕਿ ਭਗਵਾਨ ਸ਼ਿਵ ਜੀ ਨੇ ਬਚਨ ਦਿੱਤਾ। ਮਾਤਾ ਪਾਰਵਤੀ ਜੀ ਨੇ ਹੱਥ ਜੋੜ ਕੇ ਕਿਹਾ, ਮਹਾਰਾਜ, ਮੇਰੇ ਨਾਲ ਮਾਨ ਸਰੋਵਰ ਝੀਲ ਤੋਂ ਬਾਲ ਬ੍ਰਹਮਚਾਰੀ ਆਇਆ ਹੈ ਜੋ ਤੁਹਾਡਾ ਅਨੰਨ ਭਗਤ ਹੈ। ਮੈਂ ਉਸ ਨੂੰ ਤੁਹਾਡੇ ਦਰਸ਼ਨ ਕਰਵਾਉਣ ਦਾ ਵਚਨ ਦੇ ਚੁੱਕੀ ਹਾਂ। ਮੈਨੂੰ ਉਸ ਨੂੰ ਤੁਹਾਡੇ ਸਨਮੁਖ ਲਿਆਉਣ ਦੀ ਆਗਿਆ ਦਿਓ। ਭਗਵਾਨ ਸ਼ੰਕਰ ਜੀ ਕਹਿਣ ਲੱਗੇ, ਮੈਂ ਆਪਣੇ ਭਗਤ ਤੋਂ ਹਮੇਸ਼ਾ ਮਿਹਰਬਾਨ ਰਿਹਾ ਹਾਂ। ਜੋ ਮੇਰੇ ਸੱਚੇ ਭਗਤ ਹਨ, ਮੈਂ ਉਹਨਾਂ ਨੂੰ ਜ਼ਰੂਰ ਦਰਸ਼ਨ ਦਿੰਦਾ ਹਾਂ। ਆਪ ਉਸ ਨੂੰ ਅੰਦਰ ਲੈ ਆਓ। ਉਸ ਨੇ ਜਿਸ ਤਰ੍ਹਾਂ ਦੀ ਮੂਰਤ ਆਪਣੇ ਮਨ ਵਿੱਚ ਵਸਾਈ ਹੈ, ਮੈਂ ਉਸੇ ਤਰ੍ਹਾਂ ਦਾ ਰੂਪ ਧਾਰਨ ਕਰ ਲੈਂਦਾ ਹਾਂ। ਭੋਲੇ ਸ਼ੰਕਰ ਨੇ ਆਪਣੇ ਸਰੀਰ 'ਤੇ ਭਸਮ ਲਾ ਲਈ, ਸੱਪਾਂ ਦੀ ਮਾਲਾ ਗਲ ਵਿੱਚ ਪਾ ਲਈ, ਇੱਕ ਹੱਥ ਵਿੱਚ ਡਮਰੂ ਅਤੇ ਦੂਜੇ ਹੱਥ ਵਿੱਚ ਤ੍ਰਿਸ਼ੂਲ ਫੜ ਲਿਆ ਅਤੇ ਆਪਣੇ ਆਸਣ 'ਤੇ ਸੱਜ ਕੇ ਬੈਠ ਗਏ। ਫਿਰ ਪਾਰਵਤੀ ਜੀ ਨੂੰ ਕਿਹਾ ਕਿ ਬਾਲਕ ਨੂੰ ਅੰਦਰ ਲੈ ਆਓ। ਮਾਤਾ ਪਾਰਵਤੀ ਜੀ ਬਾਲਕ ਨੂੰ ਅੰਦਰ ਲੈ ਆਏ। ਬ੍ਰਹਮਚਾਰੀ ਬਾਲਕ ਦਾ ਭਗਵਾਨ ਭੋਲੇ ਨੂੰ ਆਪਣੇ ਸਾਹਮਣੇ ਦੇਖ ਕੇ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਬਾਲਕ ਨੇ ਭਗਵਾਨ ਸ਼ਿਵ ਦੇ ਪੈਰ ਫੜ ਲਏ। ਉਸ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਉਹ ਭਗਵਾਨ ਸ਼ਿਵ ਦੇ ਚਰਨਾਂ ਵਿੱਚ ਬੈਠਾ ਹੈ। ਭੋਲੇਨਾਥ ਨੇ ਅੱਖਾਂ ਖੋਲ੍ਹੀਆਂ ਅਤੇ ਕਿਹਾ, ਬੇਟਾ ਉੱਠ, ਮੈਂ ਤੇਰੇ ਤੋਂ ਖੁਸ਼ ਹਾਂ। ਮੰਗ, ਤੈਨੂੰ ਕੀ ਚਾਹੀਦਾ ਹੈ? ਬ੍ਰਹਮਚਾਰੀ ਬਾਲਕ ਨੇ ਕਿਹਾ, ਸਵਾਮੀ, ਆਪ ਨੇ ਸਭ ਕੁਝ ਦੇ ਦਿੱਤਾ। ਮੇਰਾ ਜੀਵਨ ਸਫਲ ਹੋ ਗਿਆ। ਜੋਗੀ ਬਾਲਕ ਨੇ ਦੁਬਾਰਾ ਝੁਕ ਕੇ ਭਗਵਾਨ ਸ਼ੰਕਰ ਅੱਗੇ ਝੁਕ ਕੇ ਬੇਨਤੀ ਕੀਤੀ ਕਿ ਹੇ ਸਵਾਮੀ, ਮੈਂ ਆਪ ਦੇ ਦਰਸ਼ਨ ਕਰਕੇ ਧੰਨ ਹੋ ਗਿਆ ਹਾਂ। ਆਪ ਦੀ ਆਗਿਆ ਹੋਵੇ ਤਾਂ ਇੱਕ ਅਰਜ਼ ਕਰਾਂ। ਭਗਵਾਨ ਸ਼ਿਵ ਖੁਸ਼ ਹੋ ਕੇ ਕਿਹਾ, ਜੋ ਕਹਿਣਾ ਚਾਹੁੰਦੇ ਹੋ ਕਹੋ। ਬ੍ਰਹਮਚਾਰੀ ਨੇ ਕਿਹਾ, ਭਗਵਾਨ, ਜਿਸ ਬੁੱਢੀ ਇਸਤਰੀ ਨੇ ਮੈਨੂੰ ਆਪ ਦੇ ਦਰਸ਼ਨ ਦਾ ਤਰੀਕਾ ਦੱਸਿਆ ਸੀ, ਤੁਸੀਂ ਉਸ ਨੂੰ ਵੀ ਦਰਸ਼ਨ ਦਿਓ ਤਾਂ ਜੋ ਉਸ ਦਾ ਜੀਵਨ ਸਫਲ ਹੋ ਜਾਵੇ ਅਤੇ ਮੇਰਾ ਮਨ ਸ਼ਾਂਤ ਹੋ ਜਾਵੇ। ਤੁਸੀਂ ਇਹ ਉਪਕਾਰ ਉਸ 'ਤੇ ਵੀ ਕਰੋ। ਭਗਵਾਨ ਸ਼ਿਵ, ਪਾਰਵਤੀ ਅਤੇ ਬਾਲਕ ਬ੍ਰਹਮਚਾਰੀ ਤਿੰਨੋਂ ਹੀ ਮਾਈ ਧਰਮੋਂ ਦੇ ਘਰ ਪੁੱਜ ਗਏ। ਮਾਈ ਧਰਮੋਂ ਬਹੁਤ ਖੁਸ਼ ਹੋਈ। ਭਗਵਾਨ ਸ਼ਿਵ ਨੇ ਬਾਲਕ ਨੂੰ ਕਿਹਾ, ਬੇਟਾ, ਤੂੰ ਕਲਯੁਗ ਵਿੱਚ ਪ੍ਰਸਿੱਧ ਹੋਵੇਗਾ ਅਤੇ ਇਸ ਮਾਈ ਧਰਮੋਂ ਨੂੰ ਵੀ ਕਲਯੁਗ ਵਿੱਚ ਬਹੁਤ ਪ੍ਰਸਿੱਧੀ ਮਿਲੇਗੀ। ਤੂੰ ਜੋ 12 ਘੜੀਆਂ ਇਸ ਦੇ ਘਰ ਆਰਾਮ ਕੀਤਾ ਸੀ, ਉਸ ਦੇ ਬਦਲੇ ਤੈਨੂੰ ਇਸ ਦੀਆਂ 12 ਸਾਲ ਗਊਆਂ ਚਾਰਨੀਆਂ ਪੈਣਗੀਆਂ ਅਤੇ ਮਾਈ ਦੀ ਚਾਕਰੀ ਕਰਨੀ ਪਵੇਗੀ। ਇਹ ਵਰ ਦੇ ਕੇ ਸ਼ਿਵ ਭਗਵਾਨ ਅੰਤਰ ਧਿਆਨ ਹੋ ਗਏ।